ਵੀਰ ਸਿੰਘ ਰਾਣਾ ਤੇ ਮੇਰੇ ਨਾਲ ਨੇ ਸਿਮਰਨਜੋਤ ਸਿੰਘ ਮੱਕੜ। ਗੱਲ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕਰਾਂਗੇ, ਕਿਉਂਕਿ ਦੋਵੇਂ ਹੀ ਇਸ ਵੇਲੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਵਿੱਚ ਲੱਗੇ ਹੋਏ ਨੇ। ਮੀਡੀਆ ਦੇ ਵਿੱਚ ਪਹਿਲਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਉਂਦੇ ਨੇ ਅਤੇ ਕਹਿੰਦੇ ਨੇ ਕਿ ਧਮਕੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ, ਧਮਕੀ ਨਹੀਂ ਦਿੱਤੀ ਗਈ ਚਰਨਜੀਤ ਸਿੰਘ ਚੰਨੀ ਨੂੰ। ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੀ ਮੀਡੀਆ ਦੇ ਅੱਗੇ ਆਏ ਤੇ ਉਹਨਾਂ ਨੇ ਕਿਹਾ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਝੂਠ ਬੋਲ ਰਹੇ ਨੇ, ਉਹਨਾਂ ਦੇ ਘਰ ਆਏ ਨੇ, ਧਮਕੀ ਦਿੱਤੀ ਹੈ। ਸ਼੍ਰੀ ਚਮਕੌਰ ਸਾਹਿਬ ਦਾ ਜ਼ਿਕਰ ਕੀਤਾ ਕਿ ਮੈਂ ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਹਾਂ, ਵੱਡੇ ਸਾਹਿਬਜ਼ਾਦੇ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਨੇ, ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ। ਜੋਗਿੰਦਰਪਾਲ ਭੂਆ ਤੋਂ ਵਿਧਾਇਕ ਉਹਨਾਂ ਨੇ ਸਾਹਮਣੇ ਆਏ ਸੀ ਮੀਡੀਆ ਦੇ ਅਤੇ ਕਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਘਰ ਜਾ ਕੇ ਧਮਕੀ ਦੇ ਕੇ ਆਏ ਨੇ। ਸਿਮਰਨਜੋਤ, ਗੱਲ ਮੁੱਖ ਸਕੱਤਰ ਤੋਂ ਸ਼ੁਰੂ ਹੁੰਦੀ ਹੈ, ਫਿਰ ਆਪਸ ਦੇ ਵਿੱਚ ਕੈਬਨਿਟ ਵਜ਼ੀਰ ਖੈਬੜ ਜਾਂਦੇ ਨੇ, ਕਾਰਨ ਕੀ ਲੱਗਦਾ ਤੁਹਾਨੂੰ ਇਸ 'ਚ? ਦੇਖੋ, ਇਹਨੂੰ ਸਾਫ਼ ਤੌਰ ਦੇ ਉੱਤੇ ਰਣਵੀਰ ਜਿਹੜੀ ਕਰਨ ਅਵਤਾਰ ਸਿੰਘ ਦੇ ਨਾਲ ਜਿਹੜੇ ਦੋਸ਼ ਲੱਗੇ ਜੀ, ਰਾਜਾ ਵੜਿੰਗ ਨੇ ਉਹਨਾਂ ਦੇ ਪੁੱਤਰ ਤੇ ਬੇਨਾਮੀ ਜਿਹੜੀ ਡਿਸਟਿਲਰੀਆਂ ਦੇ ਵਿੱਚ ਹਿੱਸੇਦਾਰੀ ਦੇ ਦੋਸ਼ ਲਾਤੇ, ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਪੂਰਾ ਮਾਹੌਲ ਭਖਿਆ ਕਿ ਕਰਨ ਅਵਤਾਰ ਸਿੰਘ ਦੀ ਸ਼ਮੂਲੀਅਤ ਉਹਦੇ ਪਰਿਵਾਰ ਦੀ ਇਨਡਾਇਰੈਕਟਲੀ ਫਾਇਦਾ ਲੈਣ ਦੀ ਸੀਗੀ, ਕਿ ਇਨਡਾਇਰੈਕਟ ਫਾਇਦਾ ਲਿਆ ਗਿਆ ਸਟੇਟ ਦੀ ਆਬਕਾਰੀ ਨੀਤੀ ਤੋਂ, ਸ਼ਰਾਬ ਤੋਂ। ਤਾਂ ਗੱਲ ਸਾਰੀ ਉੱਥੋਂ ਘੁੰਮੀ ਹੈ ਜਿਸ ਦਿਨ ਜਦੋਂ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਬਿਆਨ ਦੇ ਕੇ ਜਾਂਦੇ ਆ ਔਰ ਫਿਰ ਕਰਨ ਅਵਤਾਰ ਸਿੰਘ ਤੇ ਐਕਸ਼ਨ ਹੁੰਦਾ ਹੈ, ਤਾਂ ਕਿਹਾ ਇਹ ਜਾ ਰਿਹਾ ਹੈ ਕਿ ਬਾਜਵਾ ਸਾਹਿਬ ਦਰਅਸਲ ਚੰਨੀ ਜੀ ਨੂੰ ਇਹ ਸਮਝਾਉਣ ਗਏ ਸੀਗੇ ਕਿ ਤੁਸੀਂ ਇਹਦੇ ਵਿੱਚ ਨਾ ਪਾਓ, ਤੁਸੀਂ ਸੀਐਮ ਸਾਹਿਬ ਦੇ ਆਦੇਸ਼ ਤੇ ਉਹ ਕਹਿੰਦੇ ਕਿ ਮੈਂ ਆਇਆ ਤੁਹਾਨੂੰ ਮਿਲਣ ਵਾਸਤੇ ਤੇ ਤੁਸੀਂ ਕਰਨ ਅਵਤਾਰ ਦੇ ਖਿਲਾਫ ਨਾ ਚੱਲੋ। ਪਰ ਉਦੋਂ ਤੱਕ ਤਾਂ ਠੀਕ ਹੈ, ਪਰ ਜਿਹੜੀ ਗੱਲ ਚਰਨਜੀਤ ਚੰਨੀ ਹੋਰਾਂ ਨੇ ਸਿਮਰਨਜੋਤ ਕੀਤੀ ਹੈ ਕਿ ਇੱਕ ਤਾਂ ਉਹ ਦਲਿਤ ਵਿਧਾਇਕ ਨੇ, ਆਮ ਘਰ ਦੇ ਨੇ, ਆਮ ਘਰ ਤੋਂ ਉੱਠ ਕੇ ਉੱਥੇ ਤੱਕ ਪਹੁੰਚੇ ਨੇ, ਜਿਸ ਤੋਂ ਬਾਅਦ ਹੁਣ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੋਈ ਹੈ। ਪਰ ਜਿਹੜੀ ਧਮਕੀ ਦੀ ਗੱਲ ਹੈ ਤੇ ਪਰਚੇ ਦਰਜ ਕਰਨ ਦੀ ਗੱਲ ਹੈ ਕਿ ਤੁਹਾਡੇ ਕੇਸ ਖੋਲ ਦੇਵਾਂਗੇ। ਦੇਖੋ ਰਣਵੀਰ, ਤੁਹਾਡੇ ਯਾਦ ਹੋਣਾ ਚਰਨਜੀਤ ਚੰਨੀ ਦਾ ਇੱਕ ਵਿਵਾਦ ਸਾਹਮਣੇ ਆਇਆ ਸੀ ਜਦੋਂ ਇੱਕ ਸੀਨੀਅਰ ਮਹਿਲਾ ਅਧਿਕਾਰੀ ਨੂੰ ਇੱਕ SMS ਜਿਹੜਾ ਲੇਟ ਨਾਈਟ ਕਰਨ ਦਾ ਵਿਵਾਦ ਭਖਿਆ ਸੀ। ਚਰਨਜੀਤ ਚੰਨੀ ਉਦੋਂ ਬਾਹਰ ਗਏ ਹੋਏ ਸੀ, ਫਿਰ ਵਾਪਸ ਆਏ, ਉਹਨਾਂ ਨੇ ਕਿਹਾ ਕਿ ਮੇਰਾ ਫੋਨ ਮੇਰੇ ਕੋਲ ਨਹੀਂ ਸੀਗਾ, ਮੈਨੂੰ ਨਹੀਂ ਪਤਾ ਇਹ ਕੀ ਹੋਇਆ, ਔਰ ਉਹ ਮਾਮਲਾ ਭਖਿਆ ਸੀਗਾ ਔਰ ਉਸ ਤੋਂ ਬਾਅਦ ਉਸ ਮਾਮਲੇ ਨੂੰ ਵਿਰਾਮ ਲਾਤਾ ਸੀ, ਠੱਲ ਪਾ ਲਈ ਸੀ। ਪਤਾ ਇਹ ਲੱਗ ਰਿਹਾ ਸੂਤਰਾਂ ਤੋਂ ਕਿ ਕਿਤੇ ਨਾ ਕਿਤੇ ਤ੍ਰਿਪਤ ਬਾਜਵਾ ਨੇ ਜਾ ਕੇ ਚੰਨੀ ਨੂੰ ਸਿੱਧੇ ਤੌਰ ਤੇ ਇਹ ਕਿਹਾ ਕਿ ਜੇ ਤੁਸੀਂ ਕਰਨ ਅਵਤਾਰ ਵਾਲੇ ਮਾਮਲੇ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਉਵੇਂ ਨਹੀਂ ਚੱਲਦੇ, ਉਹਨਾਂ ਨੇ ਆਪਣਾ ਹਵਾਲਾ ਦਿੱਤਾ, ਸੀਐਮ ਸਾਹਿਬ ਦਾ ਹਵਾਲਾ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਨਹੀਂ ਚੱਲੋਗੇ ਤਾਂ ਤੁਹਾਡੇ ਤੇ ਪਰਚਾ ਦਰਜ ਹੋ ਸਕਦਾ ਹੈ, ਸਾਡੇ ਕੋਲੇ ਤੁਹਾਡੇ ਖਿਲਾਫ ਬਹੁਤ ਕੁਝ ਪਿਆ ਹੈ। ਤਾਂ ਇਸੇ ਦੇ ਵਿੱਚ ਸ਼ਾਇਦ ਗੁੱਸੇ 'ਚ ਆ ਕੇ ਚਰਨਜੀਤ ਚੰਨੀ ਨੇ ਇਹ ਵੀ ਸ਼ਬਦ ਵਰਤੇ ਉੱਥੇ ਕਿ ਤੁਸੀਂ ਜਾਓ ਪਹਿਲਾਂ ਪਰਚਾ ਹੀ ਦਰਜ ਕਰਾ ਲਓ। ਤਾਂ ਜਿਹੜੀ ਪਰਚੇ ਦੀ ਗੱਲ ਸਾਹਮਣੇ ਆ ਰਹੀ ਹੈ ਉਹ ਇਨਡਾਇਰੈਕਟ ਤੌਰ ਦੇ ਉੱਤੇ ਇਹਨਾਂ ਦੋਨਾਂ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ। ਔਰ ਜਿਹੜਾ ਇਹ ਮਾਮਲਾ ਇਸ ਕਰਕੇ ਉਲਝ ਗਿਆ ਕਿ ਕੀ ਤ੍ਰਿਪਤ ਬਾਜਵਾ ਕਿਹਦੇ ਇਸ਼ਾਰੇ ਤੇ ਉੱਥੇ ਜਾਂਦੇ ਆ ਔਰ ਉਹ ਕਰਨ ਅਵਤਾਰ ਸਿੰਘ ਦੀ ਪੈਰਵਾਈ ਕਿਉਂ ਕਰਦੇ ਆ, ਉਹ ਕਿਉਂ ਪੱਖ ਪੂਰਨ ਜਾਂਦੇ ਆ, ਔਰ ਚਰਨਜੀਤ ਚੰਨੀ ਦੇ ਨਾਲ ਹੋਰ ਕਿੰਨੇ ਮੰਤਰੀਆਂ ਕੋਲੇ ਉਹ ਗਏ ਨੇ ਤੇ ਕਹਿ ਕੇ ਆਏ ਆ ਕਿ ਤੁਸੀਂ ਇਸ ਗੱਲ ਦੇ ਵਿੱਚ ਮਨਪ੍ਰੀਤ ਬਾਦਲ ਦੇ ਨਾਲ ਨਾ ਖੜੋ ਔਰ ਪੱਖ ਨਾ ਪੂਰੋ। ਮਤਲਬ ਇੱਥੇ ਇਹ ਵੀ ਹੈ ਕਿ ਕੈਬਨਿਟ ਜਿਹੜੀ ਆ ਉਹ ਵੰਡੀ ਜਾ ਰਹੀ ਹੈ। ਜਿਹੜੇ ਕੈਬਨਿਟ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਇਆ, ਮਨਪ੍ਰੀਤ ਬਾਦਲ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸੀਗਾ। ਅੱਜ ਥੋੜਾ ਤੁਹਾਨੂੰ ਦੱਸਦੇ ਵੀ ਹਾਂ ਕਿ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਦੇ ਮੁਖਾਤਬ ਹੋ ਕੇ ਕੀ ਕੁਝ ਕਿਹਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਪਹਿਲਾਂ ਵੀ ਬਹੁਤ ਸੰਘਰਸ਼ਮਈ ਜੀਵਨ ਆ ਉਹਨਾਂ ਦਾ, ਲਗਾਤਾਰ ਉਹ ਹੇਠਲੇ ਪੱਧਰ ਤੋਂ ਉੱਠ ਕੇ ਆਏ ਨੇ। ਉਹਨਾਂ ਨੇ ਖੁਦ ਕਿਹਾ ਕਿ ਮੈਨੂੰ ਅੱਜ ਇਹ ਕਿਹਾ ਜਾ ਰਿਹਾ ਕਿ ਇਹ ਤਾਂ ਕਾਂਗਰਸ ਦੇ ਵਿੱਚ ਬਾਅਦ ਵਿੱਚ ਆਏ ਨੇ, ਕਿ ਉਹ ਇੰਨੇ ਸੀਨੀਅਰ ਨਹੀਂ ਹੈਗੇ, ਪਰ ਉਹਨੇ ਕਿਹਾ ਕਿ ਉਹ ਆਜ਼ਾਦ ਤੌਰ ਤੇ ਜ਼ਰੂਰ ਲੜੇ, ਇੱਕ ਵਾਰ ਫਿਰ ਕਾਂਗਰਸ ਦੇ ਨਾਲ ਰਹੇ। ਈਵਨ ਕਿ ਉਹਨਾਂ ਨੇ ਇੱਕ ਕੇਸ ਦਾ ਵੀ ਹਵਾਲਾ ਦਿੱਤਾ, ਸਿਟੀ ਸੈਂਟਰ ਘੁਟਾਲੇ ਦਾ ਜੋ ਹੋਇਆ ਸੀ ਕੇਸ, ਜਿਸ ਦੇ ਵਿੱਚ ਸਾਰੇ ਬਰੀ ਨੇ ਇਸ ਵੇਲੇ, ਕਿ ਉਹਨਾਂ ਦੇ ਭਰਾ ਦੀ ਉਹਦੇ ਵਿੱਚ ਇੱਕ ਗਵਾਹੀ ਸੀ ਤੇ ਉਹਨਾਂ ਨੂੰ ਵਾਅਦਾ ਮਾਫੀ ਗਵਾਹ ਹੈ ਉਹ ਕਿਹਾ ਜਾ ਰਿਹਾ ਸੀ ਕਿ ਬਣ ਜਾਓ, ਪਰ ਉਸ ਤਰ੍ਹਾਂ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਵਾਲੇ ਕੇਸ ਦੇ ਵਿੱਚ ਵੀ ਉਹਨਾਂ ਕਿਹਾ ਕਿ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ, ਦਲਿਤ ਨੂੰ ਦਬਾਇਆ ਜਾਂਦਾ ਹੈ, ਗਰੀਬ ਨੂੰ ਦਬਾਇਆ ਜਾਂਦਾ ਹੈ, ਜਿਹੜਾ ਵੀ ਆਰਥਿਕ ਤੌਰ ਤੇ ਪਛੜਿਆ ਹੁੰਦਾ ਹੈ, ਇਸ ਲੈਵਲ ਤੇ ਪਹੁੰਚਦਾ ਉਹਨੂੰ ਦਬਾਇਆ ਜਾਂਦਾ ਹੈ। ਤੇ ਜਿਹੜੀ ਵੱਡੀ ਗੱਲ ਉਹਨਾਂ ਨੇ ਸਾਹਮਣੇ ਆ ਕੇ ਕਹਿ ਦਿੱਤੀ ਹੈ, ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਐਡੀ ਵੱਡੀ ਗੱਲ ਨਹੀਂ ਸੀਗੀ ਜਿੱਡੀ ਬਣ ਗਈ ਹੈ, ਧਮਕੀ ਵਾਲੀ ਕੋਈ ਗੱਲ ਨਹੀਂ ਹੈਗੀ। ਪਰ ਚਰਨਜੀਤ ਸਿੰਘ ਚੰਨੀ ਨੇ ਪਲਟਵਾਰ ਕਰਤਾ, ਉਹ ਕਹਿੰਦੇ ਤ੍ਰਿਪਤ ਰਜਿੰਦਰ ਬਾਜਵਾ ਝੂਠ ਬੋਲ ਰਹੇ ਨੇ। ਹੁਣ ਉਡੀਕ ਇਸ ਗੱਲ ਦੀ ਹੈ ਕਿ ਤ੍ਰਿਪਤ ਰਜਿੰਦਰ ਬਾਜਵਾ ਸਿਮਰਨਜੋਤ ਕੀ ਦੁਬਾਰਾ ਵੀ ਸਾਹਮਣੇ ਆਉਣਗੇ, ਕਿਉਂਕਿ ਝੂਠ ਚਰਨਜੀਤ ਚੰਨੀ ਨੇ ਕਹਿ ਦਿੱਤਾ ਹੈ
ਪਹਿਲਾਂ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਮੈਂ ਨਹੀਂ ਕਿਹਾ ਹੈਗਾ, ਨਹੀਂ ਕੋਈ ਧਮਕੀ ਦਿੱਤੀ, ਨਹੀਂ ਕੋਈ ਪਰਚੇ ਵਾਲੀ ਗੱਲ ਕਹੀ। ਦੇਖੋ ਰਣਬੀਰ, ਇਹ ਤਾਂ ਸਾਫ਼ ਹੈ ਕਿ ਜੇ ਤ੍ਰਿਪਤ ਬਾਜਵਾ ਉੱਥੇ ਗਏ ਸੀ ਔਰ ਉਹਨਾਂ ਨੇ ਇਹ ਮਾਮਲੇ ਦੇ ਵਿੱਚ ਪਿੱਛੇ ਹਟਣ ਦਾ ਹਵਾਲਾ ਦਿੱਤਾ ਹੈ ਤਾਂ ਕਿਸੇ ਵੀ ਰੀਜ਼ਨ ਦੇ ਵਿੱਚ ਆ ਕੇ ਇਹ ਮੰਨ ਨਹੀਂ ਸਕਦੇ, ਐਕਸੈਪਟ ਨਹੀਂ ਕਰਨਗੇ। ਉਹ ਮੀਡੀਆ ਸਾਹਮਣੇ ਕਿਵੇਂ ਕਹਿਣਗੇ ਇਹ ਗੱਲ ਕਿ ਹਾਂ ਮੈਂ ਇਹ ਗੱਲ ਬੋਲੀ ਸੀ ਕਿ ਤੁਸੀਂ ਇਸ ਵਿਵਾਦ ਦੇ ਵਿੱਚ ਨਾ ਆਓ। ਸੋ ਇਹ ਦੇਖੋ ਕੌਣ ਸੱਚਾ ਹੈ ਕੌਣ ਝੂਠਾ ਹੈ, ਇਸ ਗੱਲ ਦੀ ਤਾਂ ਫੈਸਲਾ ਅਸੀਂ ਨਹੀਂ ਕਰ ਸਕਦੇ, ਪਰ ਜਿਸ ਤਰ੍ਹਾਂ ਜੋ ਸੋਰਸਸ ਤੋਂ ਸਾਨੂੰ ਖਬਰਾਂ ਮਿਲ ਰਹੀਆਂ ਕਿ ਇਹ ਮਾਮਲਾ ਇਸ ਤਰ੍ਹਾਂ ਹੋਇਆ ਤਾਂ ਤ੍ਰਿਪਤ ਬਾਜਵਾ ਨੂੰ ਹੁਣ ਇਹ ਕਲੀਅਰ ਕਰਨਾ ਬੜਾ ਲਾਜ਼ਮੀ ਹੈ, ਕਿਉਂਕਿ ਚਰਨਜੀਤ ਚੰਨੀ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਸੀਐਮ ਸਾਹਿਬ ਹੁਣ ਆਪ ਫੈਸਲਾ ਕਰ ਲੈਣ ਕਿ ਕੌਣ ਸਹੀ ਹੈ ਕੌਣ ਗਲਤ ਹੈ। ਔਰ ਉਹ ਹਾਲੇ ਵੀ ਕਹਿ ਰਿਹਾ ਕਿ ਮੈਂ ਉਹਨਾਂ ਨੂੰ ਵੱਡਾ ਭਰਾ ਮੰਨਦਾ, ਪਰ ਜੋ ਕਹਿ ਕੇ ਗਏ ਨੇ ਉਹ ਬਜਿੱਦ ਨੇ ਆਪਦੀ ਗੱਲ ਤੇ ਕਿ ਜੋ ਉਹਨਾਂ ਨੇ ਕਿਹਾ ਜੋ ਹੋਇਆ ਉਸ ਗੱਲ ਤੇ ਮੈਂ ਹਾਲੇ ਵੀ ਸਟੈਂਡ ਕਰਦਾ। ਔਰ ਜੋਗਿੰਦਰਪਾਲ ਸਭ ਤੋਂ ਪਹਿਲਾਂ ਉਹੀ ਇਸ ਮਾਮਲੇ ਨੂੰ ਲੋਕਾਂ ਦੇ ਵਿੱਚ ਲੈ ਕੇ ਆਏ ਨੇ। ਬਿਲਕੁਲ, ਇੱਕ ਵੱਡੀ ਗੱਲ ਇਹ ਵੀ ਹੈ ਸਿਮਰਨਜੋਤ ਕਿ ਚਰਨਜੀਤ ਸਿੰਘ ਚੰਨੀ ਇੱਕ ਕਾਂਗਰਸ ਦੇ ਵਿੱਚ ਵੀ ਦਲਿਤ ਚਿਹਰਾ ਨੇ ਵੱਡਾ, ਤੁਹਾਡੇ ਯਾਦ ਹੋਣਾ ਜਿਸ ਤਰ੍ਹਾਂ ਸੁਨੀਲ ਜਾਖੜ ਦੀ ਥਾਂ ਤੇ ਉਹਨਾਂ ਨੂੰ ਸੀਐਲਪੀ ਲੀਡਰ ਜਿਹੜਾ ਬਣਾਇਆ ਗਿਆ ਵਿਧਾਨ ਸਭਾ ਦੇ ਵਿੱਚ, ਤੇ ਉਸ ਤੋਂ ਬਾਅਦ ਲਗਾਤਾਰ ਉਹ ਵਿਧਾਇਕ ਵੀ ਸ਼੍ਰੀ ਚਮਕੌਰ ਸਾਹਿਬ ਤੋਂ ਜਿੱਤਦੇ ਰਹੇ ਨੇ। ਤੇ ਅੱਜ ਵੀ ਜਿਹੜੇ ਜੋਗਿੰਦਰਪਾਲ ਹੋਰਾਂ ਨੇ ਭੂਆ ਤੋਂ ਵਿਧਾਇਕ ਨੇ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਸਾਰੇ ਜਿਹੜੇ ਦਲਿਤ ਵਿਧਾਇਕ ਨੇ ਉਹ ਅਸੀਂ ਇਕੱਠੇ ਹੋ ਰਹੇ ਹਾਂ, ਮੁੱਖ ਮੰਤਰੀ ਨੂੰ ਵੀ ਮਿਲਾਂਗੇ ਇਸ ਮਸਲੇ ਤੇ ਜਿਹੜੀ ਵੱਡੀ ਗੱਲ ਇੱਕ ਹੋਰ ਤੁਹਾਡੇ ਨਾਲ ਡਿਸਕਸ ਕਰਨੀ ਬਣਦੀ ਹੈ ਕਿ ਚਰਨਜੀਤ ਚੰਨੀ ਹੋਰਾਂ ਨੇ ਕਿਹਾ ਕਿ ਮੈਨੂੰ ਭਗਵੰਤ ਮਾਨ ਦਾ ਫੋਨ ਆਇਆ, ਮੈਨੂੰ ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿਧਾਇਕ ਨੇ ਉਹਨਾਂ ਦੇ ਮੈਨੂੰ ਫੋਨ ਆਏ, ਉਹਨਾਂ ਨੇ ਧੰਨਵਾਦ ਵੀ ਕਰਤਾ। ਇਹਨੂੰ ਕੀ ਸਮਝਿਆ ਜਾਵੇ? ਦੇਖੋ ਇਸ 'ਚ ਕੋਈ ਦੋ ਰਾਏ ਨਹੀਂ ਕਿ ਲੰਮੇ ਸਮੇਂ ਤੋਂ ਕਾਂਗਰਸ 'ਚ ਜ਼ਰੂਰ ਚਰਚਾ ਹੋ ਰਹੀ ਹੈ ਰਣਬੀਰ ਕਿ ਪਾਰਟੀ ਜਿਹੜੀ ਹੈ ਅੰਦਰ ਖਾਤੇ ਦੋ ਹਿੱਸਿਆਂ 'ਚ ਵੰਡੀ ਹੋਈ ਹੈ। ਇੱਕ ਖੇਮਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਉਣਾ ਚਾਹੁੰਦਾ ਔਰ ਉਹਦੀਆਂ ਕੋਸ਼ਿਸ਼ਾਂ ਜਿਹੜੀਆਂ ਬਰਕਰਾਰ ਚੱਲਦੀਆਂ ਰਹਿੰਦੀਆਂ, ਪਰ ਚਰਨਜੀਤ ਚੰਨੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਵਫਾਦਾਰੀ 'ਚ ਚੱਲਦੇ ਆ ਰਹੇ, ਇਸ 'ਚ ਵੀ ਕੋਈ ਦੋ ਰਾਏ ਨਹੀਂ ਹੈ। ਕੈਪਟਨ ਜਿਹੜਾ ਮਾਮਲਾ ਹੋਇਆ ਤਾਂ ਸਰਕਾਰ ਨੇ ਦੱਬਿਆ ਵੀ ਉਹ ਪਿਛਲਾ ਮਾਮਲਾ, ਜਿਹਦੀ ਹੁਣ ਦੁਬਾਰਾ ਗੱਲ ਕਹੀ ਜਾ ਰਹੀ ਹੈ ਕਿ ਉਸ ਮਾਮਲੇ ਨੂੰ ਉਜਾਗਰ ਹੋ ਸਕਦਾ ਹੈ, ਭਖ ਸਕਦਾ ਹੈ, ਤਾਂ ਇਸ 'ਚ ਕੋਈ ਦੋ ਰਾਏ ਨਹੀਂ। ਪਰ ਜਿਹੜੀਆਂ ਫੋਰਸਸ ਐਂਟੀ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ ਇਸ ਵੇਲੇ ਹੈਗੀਆਂ ਨੇ ਤਾਂ ਉਹ ਜ਼ਰੂਰ ਉਹ ਇਸ ਵੇਲੇ ਪੱਬਾਂ ਭਾਰ ਨੇ, ਉਹਨਾਂ ਦੀ ਕੋਸ਼ਿਸ਼ ਪੱਬਾਂ ਭਾਰ ਹੈ। ਔਰ ਇਹ ਸਿਆਸਤ ਹੈ, ਇੱਥੇ ਕੁਝ ਵੀ ਸੰਭਵ ਹੁੰਦਾ। ਸਿਆਸਤ 'ਚ ਅਸੀਂ ਕਦੇ ਕੁਝ ਵੀ ਪਰਮਾਨੈਂਟ ਲੈ ਕੇ ਨਹੀਂ ਚੱਲਦੇ। ਔਰ ਇਹ ਤੁਸੀਂ ਬਿਲਕੁਲ ਜੋ ਇਸ਼ਾਰਾ ਹੈਗਾ ਉਹ ਇਹ ਬਹੁਤ ਜ਼ਬਰਦਸਤ ਹੈ ਕਿ ਬਾਕੀ ਫੋਰਸਸ ਜਿਹੜੀਆਂ ਨੇ ਉਹਨਾਂ ਦੀ ਜ਼ਰੂਰ ਕੋਸ਼ਿਸ਼ ਰਹੂਗੀ। ਔਰ ਅੱਜ ਮੇਰੇ ਖਿਆਲ ਦਲਿਤ ਵਿਧਾਇਕਾਂ ਨੇ ਵੀ ਆਪਸ ਦੇ ਵਿੱਚ ਰਣਬੀਰ ਮੀਟਿੰਗ ਕੀਤੀ ਹੈ। ਬਿਲਕੁਲ, ਦੇਖੋ ਇਹ ਇੱਕ ਵੱਡੀ ਗੱਲ ਇਹਦੇ ਵਿੱਚ ਜਿਹੜੀ ਲਗਾਤਾਰ ਡਿਵੈਲਪਮੈਂਟ ਜਿਹੜੀਆਂ ਹੋ ਰਹੀਆਂ ਨੇ, ਵੱਡੀ ਗੱਲ ਇੱਕ ਇਹ ਵੀ ਹੈ ਕਿ ਚਰਨਜੀਤ ਚੰਨੀ ਨੇ ਕਿਹਾ ਕਿ ਮੈਂ ਮੀਡੀਆ ਦੇ ਸਾਹਮਣੇ ਨਹੀਂ ਆਉਣਾ ਸੀਗਾ। ਜਦੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੀਡੀਆ 'ਚ ਆ ਕੇ ਇਹ ਕਿਹਾ ਕਿ ਇਸ ਤਰ੍ਹਾਂ ਚਰਨਜੀਤ ਚੰਨੀ ਨੂੰ ਗਲਤ ਜਿਹੜਾ ਉਹ ਮਹਿਸੂਸ ਹੋਇਆ, ਇਸ ਤਰ੍ਹਾਂ ਨਹੀਂ ਕਿਹਾ ਗਿਆ, ਤਾਂ ਚਰਨਜੀਤ ਚੰਨੀ ਨੇ ਫਿਰ ਮੀਡੀਆ ਦੇ ਅੱਗੇ ਆਏ ਨੇ ਚਰਨਜੀਤ ਚੰਨੀ। ਪਰ ਇੱਕ ਜਿਹੜਾ ਕਲਚਰ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਗਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਟਵੀਟ ਕਰਦੇ ਨੇ, ਕੁਲਬੀਰ ਜੀਰਾ ਉਹਨੂੰ ਇੰਡੋਰਸ ਕਰਦੇ ਨੇ, ਜਾਂ ਸੁਖਜਿੰਦਰ ਰੰਧਾਵਾ ਤੋਂ ਲੈ ਕੇ ਜਿਹੜੇ ਭਾਰਤ ਭੂਸ਼ਣ ਆਸ਼ੂ, ਮਤਲਬ ਇੱਕ ਟਵੀਟ ਵਾਰ ਜਿਹਨੂੰ ਦੇਖ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਤੇ ਇੱਕ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੁੱਖ ਸਕੱਤਰ ਕਰਨ ਅਵਤਾਰ ਨੂੰ ਹਟਾਇਆ ਜਾਵੇ। ਤੇ ਹੁਣ ਜਿਹੜੀ ਕੋਸ਼ਿਸ਼ ਸਾਨੂੰ ਅੰਦਰੋਂ ਗਤੀ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੀ ਉਹਨਾਂ ਨੂੰ ਬਚਾਉਣਾ ਚਾਹੁੰਦੇ ਨੇ ਇਸ ਵੇਲੇ। ਦੇਖੋ ਸਭ ਤੋਂ ਵੱਡਾ ਤਾਂ ਪ੍ਰੈਸ਼ਰ ਇਸ ਗੱਲ ਦਾ ਸੀਗਾ ਕਿ ਦੋ ਸਵਾਲ ਉੱਠਦੇ ਨੇ ਕਿ ਕੀ ਕਰਨ ਅਵਤਾਰ ਦੇ ਬੇਟੇ ਦੀ ਵਾਕਈ ਇਹ ਜਿਹੜੇ ਬੇਨਾਮੀ ਪ੍ਰਾਪਰਟੀ ਜਿਹੜੀ ਡਿਸਟਿਲਰੀ ਇਹਦੇ ਵਿੱਚ ਹਿੱਸਾ ਹੈਗਾ ਜਾਂ ਨਹੀਂ ਹੈਗਾ। ਸੀਐਮ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਇਸ ਤਰ੍ਹਾਂ ਹੋ ਰਿਹਾ। ਜੇ ਨਹੀਂ ਪਤਾ ਤਾਂ ਇਹ ਬਹੁਤ ਵੱਡੀ ਗੱਲ ਹੈ, ਬਹੁਤ ਮਾੜੀ ਗੱਲ ਹੈ ਕਿ ਸੀਐਮ ਨੂੰ ਇਹ ਨਹੀਂ ਪਤਾ ਕਿ ਮੇਰਾ ਆਪਣਾ ਚੀਫ ਸੈਕਟਰੀ ਕੀ ਕਰ ਰਿਹਾ ਹੈ। ਔਰ ਜੇ ਪਤਾ ਹੈ ਤਾਂ ਉਸ ਤੋਂ ਵੀ ਬੁਰੀ ਗੱਲ ਹੈ ਕਿ ਸੀਐਮ ਦੀ ਨੱਕ ਹੇਠਾਂ ਇਹ ਸਾਰਾ ਕੁਝ ਹੋ ਰਿਹਾ, ਸੀਐਮ ਨੂੰ ਪਤਾ ਹੈ ਔਰ ਸੀਐਮ ਨੇ ਐਕਸ਼ਨ ਕਿਉਂ ਨਹੀਂ ਲਿਆ। ਤਾਂ ਦੋਨਾਂ ਪਾਸੇ ਕਿਤੇ ਨਾ ਕਿਤੇ ਸੀਐਮ ਅੰਡਰ ਪ੍ਰੈਸ਼ਰ ਜ਼ਰੂਰ ਨੇ ਇਸ ਮਾਮਲੇ ਦੇ ਵਿੱਚ। ਔਰ ਇਸੇ ਗੱਲ ਦਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਇਸੇ ਗੱਲ ਦਾ ਫਾਇਦਾ ਜਿਹੜਾ ਉਹ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤ੍ਰਿਪਤ ਬਾਜਵਾ ਨੇ ਕੀ ਕਿਹਾ, ਇੱਕ ਵਾਰੀ ਉਹ ਜ਼ਰੂਰ ਅਸੀਂ ਰਣਬੀਰ ਦਰਸ਼ਕਾਂ ਦੇ ਨਾਲ ਸਾਂਝਾ ਕਰੀਏ ਕਿ ਇਸ ਮਾਮਲੇ ਤੇ ਚਰਨਜੀਤ ਚੰਨੀ ਦੇ ਹੁਣ ਦੇ ਬਿਆਨ ਤੋਂ ਪਹਿਲਾਂ ਜਿਹੜਾ ਤ੍ਰਿਪਤ ਬਾਜਵਾ ਦਾ ਇਹ ਬਿਆਨ ਆਂਦਾ, ਅਸੀਂ ਉਹ ਸੁਣਾ ਦਿੰਦੇ ਹਾਂ ਤੁਹਾਨੂੰ। भाई 30 सेकंड हो शुरू कर 30 सेकंड हो 30 सेकंड बहुत सारा कमिटमेंट शुरू होता ना हिंदी वाला सवाल हां और यार खराबा हिंदी वाला कर लांगे हैं यार भी आप पीछे गाय को कर रहे हैं कितना दिनों ਦਾ अरे यार इसको बैग में से ਮਸਲਾ ਉੱਠਿਆ ਜਿਹਦੇ 'ਚ ਮੇਰਾ ਨਾਂ ਲੱਗ ਰਿਹਾ। ਵੈਸੇ ਤਾਂ ਜਿਹੜੀ ਪੰਜਾਬੀ ਦਾ ਗਾਣਾ ਐਵੇਂ ਰੌਲਾ ਪੈ ਗਿਆ, ਗੱਲ ਕੋਈ ਏਡੀ ਹੈ ਨਹੀਂ ਸੀ ਜਿੱਦੀ ਗੱਲ ਬਣ ਗਈ ਆ। ਵਜ਼ੀਰ ਇੱਕ ਦੂਜੇ ਦੇ ਘਰ ਆਉਂਦੇ ਜਾਂਦੇ ਰਹਿੰਦੇ ਨੇ। ਚੰਨੀ ਜੀ ਮੇਰੇ ਘਰ 2-3 ਵਾਰੀ ਪਿਛਲੇ ਦਿਨਾਂ 'ਚ ਆਏ ਨੇ, ਮੈਂ ਗਿਆ ਉਹਨਾਂ ਦੇ ਘਰ, ਪਰ ਅਨਫੋਰਚੂਨੇਟਲੀ ਗੱਲ ਹੋਰ ਪਾਸੇ ਨੂੰ ਚਲੀ ਗਈ।
ਮੈਂ ਜ਼ਿੰਦਗੀ 'ਚ ਕਦੇ ਸੋਚ ਹੀ ਨਹੀਂ ਸਕਦਾ ਵੀ ਮੈਂ ਕਿਸੇ ਨੂੰ ਕੋਈ ਦਾਬਾ ਮਾਰਾਂਗਾ ਜਾਂ ਡਰਾਉਣ ਜਾਵਾਂਗਾ। ਡਰਾਉਂਦਾ ਜਾਂ ਦਾਬਾ ਉਹ ਮਾਰਦਾ ਜਿਹਦਾ ਕੋਈ ਆਪਣਾ ਏਮ ਹੋਵੇ, ਜਿਹਦਾ ਕੋਈ ਆਪਣਾ ਨਿਸ਼ਾਨਾ ਹੋਵੇ। ਚੰਨੀ ਜੀ ਮੇਰੇ ਕੁਲੀਗ ਨੇ, ਮੇਰੇ ਲੀਡਰ ਰਹੇ ਨੇ, ਲੀਡਰ ਦਾ ਪੋਜੀਸ਼ਨ ਨੇ, ਸਤਿਕਾਰਯੋਗ ਨੇ। ਮੈਂ ਅੱਜ ਵੀ ਇਹਨਾਂ ਦਾ ਸਤਿਕਾਰ ਕਰਨਾ। ਪਤਾ ਨਹੀਂ ਕਿਉਂ ਇਹ ਗੱਲ ਬਾਹਰ ਨਿਕਲੀ ਹੈ, ਜੇ ਗੱਲ ਹੋਈ ਆ। ਐਸੀ ਜੀ ਕੋਈ ਗੱਲ ਨਹੀਂ, ਮੈਂ ਕਦੇ ਵੀ ਨਹੀਂ ਇਹੋ ਜਿਹਾ ਕੋਈ ਉਹਨਾਂ ਨੂੰ ਗੱਲ ਕੀਤੀ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਉਹਨਾਂ ਨੂੰ ਡਰਾਉਣ ਦੀ ਗੱਲ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜੇ ਫਿਰ ਵੀ ਇਹੋ ਜਿਹੀ ਗੱਲ ਕਿਸੇ ਦੇ ਮਨ 'ਚ ਹੈਗੀ ਆ ਤਾਂ ਸੁਨੀਲ ਜਾਖੜ ਜੀ ਸਾਡੇ ਪ੍ਰਧਾਨ ਨੇ, ਸਾਨੂੰ ਦੋਵਾਂ ਨੂੰ ਸੱਦ ਲੈਣ, ਬਿਠਾ ਕੇ ਪੁੱਛ ਲੈਣ। ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਚੀਫ ਮਿਨਿਸਟਰ ਨੇ, ਜਾਂ ਉਹ ਦੋਵਾਂ ਨੂੰ ਸੱਦ ਕੇ ਪੁੱਛ ਲੈਣ ਜਿਹੜੀ ਗੱਲ ਹੋਏਗੀ, ਜਾਂ ਜਿਹੜਾ ਸ਼ੰਕਾ ਜਾਂ ਚੰਨੀ ਜੀ ਦੇ ਮਨ 'ਚ ਜੇ ਕੋਈ ਮੇਰੇ ਉੱਪਰ ਕੋਈ ਗੱਲ ਆਈ ਹੈ ਤੇ ਅਸੀਂ ਬਹਿ ਕੇ ਉਹਨਾਂ ਦੇ ਸਾਹਮਣੇ ਆਪਣਾ ਮੈਂ ਸਪਸ਼ਟੀਕਰਨ ਦੇ ਦੇਣਾ। ਪਰ ਮੈਂ ਕੋਈ ਇਹੋ ਜਿਹੀ ਗਲਤ ਗੱਲ ਜਾਂ ਉਹਨਾਂ ਦਾ ਦਾਬਾ ਬਣਾਉਣ ਦੀ ਗੱਲ ਨਹੀਂ। ਮੈਂ ਸੋਚ ਨਹੀਂ ਸਕਦਾ, ਮੇਰਾ ਕੁਲੀਗ ਹੈ, ਮੈਂ ਉਸ ਭਲੇ ਮਾਸ ਚੰਗੇ ਬੰਦੇ ਨੂੰ ਮੈਂ ਕਿਉਂ ਦਾਬਾ ਮਾਰਾਂ। ਸੋ ਇਹ ਗਲਤ ਪ੍ਰਚਾਰ ਹੋ ਰਿਹਾ। ਜਿਹੜੀ ਦਲਿਤ ਭਾਵ ਜਿਹੜੇ ਅਕਸਰ ਕਹਿੰਦੇ ਕਿ ਦਲਿਤ ਲੀਡਰ ਜਾਂ ਕੋਈ ਭੇਦਭਾਵ ਕੀ ਹੈ, ਕੀ ਗੱਲ ਕਹਿੰਦੇ ਨੇ ਆਪਣਿਆਂ ਨੂੰ ਉਹ ਦਲਿਤ ਲੀਡਰ ਨੂੰ ਕੋਈ ਦਬਾ ਰਹੇ ਨਹੀਂ ਤਾਂ ਉਹਨਾਂ ਦਾ ਮੈਂ ਦਲਿਤ ਲੀਡਰ ਨੂੰ ਕਿਉਂ ਦਬਾਉਣਾ? ਚੰਗਾ ਸਾਥੀ ਹੈ ਮੇਰਾ ਤੇ ਲੀਡਰ ਦਾ ਪੁੱਛਣ ਰਿਹਾ, ਮੈਂ ਉਹਦੇ ਤੇ ਸਤਿਕਾਰ ਕਰਨਾ, ਸਿਰ ਝੁਕਾਉਣਾ। ਬਾਕੀ ਜਿਹੜਾ ਜੋਗਿੰਦਰਪਾਲ ਜੀ ਨੇ, ਐਮਐਲਏ ਸਾਹਿਬ ਨੇ, ਭੋਏ ਵਾਲਿਆਂ ਨੇ ਗੱਲ ਕੀਤੀ ਹੈ, ਉਹ ਸਾਡੀ ਗੁਰਦਾਸਪੁਰ ਦੀ ਸਿਆਸਤ ਹੈ। ਉਹ ਸ਼ਾਇਦ ਚੰਨੀ ਹੋਰਾਂ ਦਾ ਇੰਨਾ ਰੋਲ ਨਾ ਹੋਵੇ, ਜਿੰਨਾ ਗੁਰਦਾਸਪੁਰ ਦੀ ਸਿਆਸਤ ਹੈ। ਉਹ ਸਾਡੇ ਸ਼ਹਿਰ ਦੀ ਸਿਆਸਤ ਹੈ, ਉਹ ਚੱਲਦੀ ਰਹਿੰਦੀ ਹੈ ਤੇ ਹੁਣ ਵੀ ਚੱਲਦੀ ਰਹੇਗੀ। भाजपा साहब जिस तरह से शुरू हुई ਵੀ ਕੈਬਨਿਟ ਇਕੱਠੀ ਫੈਸਲਾ ਕਰੇਗੀ। ਅੱਜ ਹੀ ਮੈਂ ਇਸ ਗੱਲ ਤੇ ਖਲੋਤਾ ਤੇ ਮਨਪ੍ਰੀਤ ਜੀ ਚੰਨੀ ਜੀ ਨਾਲ ਗੱਲ ਹੋਈ ਸੀ, ਕੱਲ ਤਲਖਰਾਮੀ ਹੋਈ ਸੀ। ਅੱਜ ਵੀ ਜੋ ਦੋਏ ਜਣੇ ਕਰਨਗੇ ਮੈਂ ਉਹਨਾਂ ਦੇ ਨਾਲ ਹੀ ਖਲੋਤਾ। ਕੈਬਨਿਟ ਦਾ ਫੈਸਲਾ ਇਕੱਠਾ ਵਾ, ਜੇ ਉਹ ਕਿਸੇ ਨੂੰ ਮਾਫ ਕਰਨਗੇ ਉਹਨਾਂ ਦੀ ਮਰਜ਼ੀ, ਜੇ ਨਹੀਂ ਉਹਨਾਂ ਦੀ ਤਸੱਲੀ ਤਾਂ ਅੱਜ ਵੀ ਮੈਂ ਕੈਬਨਿਟ ਦੇ ਨਾਲ ਹੀ ਖਲੋਤਾ। ਰਾਜਾ ਸਾਹਿਬ ਤੁਸੀਂ ਹੋਇਆ ਕੀ ਸੀਗਾ? ਰਾਜਾ ਸਾਹਿਬ ਕਿਸ ਇਸ਼ੂ ਤੇ ਲੈ ਕੇ ਆ ਕਲੈਰੀਫਿਕੇਸ਼ਨ ਦੇ ਰਹੇ ਹਾਂ ਵੀ ਚੰਨੀ ਸਾਹਿਬ ਤੁਸੀਂ ਕਿਹਾ ਕੋਠੀ ਜਾ ਕੇ ਵੀ ਆਈਐਸ ਲੌਬੀ ਜਿਹੜੀ ਇਕੱਠੀ ਹੋ ਗਈ ਹੈ, ਜੇ ਤੁਸੀਂ ਆਪਣੀ ਸੋਚ ਢਿੱਲੀ ਨਾ ਕੀਤੀ ਤੇ ਉਹ ਪੁਰਾਣੇ ਕੇਸ ਖੋਲ ਸਕਦੇ। ਮੈਂ ਨਹੀਂ ਗੱਲ ਕਹੀ ਜੀ, ਮੈਂ ਐਸੀ ਕੋਈ ਗੱਲ ਨਹੀਂ। ਪਰ ਮੈਂ ਫਿਰ ਵੀ ਕਹਿੰਦਾ ਵੀ ਇਹ ਗੱਲਾਂ ਮੇਰੀਆਂ ਜਾਂ ਤੁਹਾਡੀਆਂ ਟੀਵੀ ਸਾਹਮਣੇ ਸਪਸ਼ਟੀਕਰਨ ਦੀ ਲੋੜ ਨਹੀਂ। ਮੇਰੇ ਸੁਨੀਲ ਜਾਖੜ ਜੀ ਪ੍ਰਧਾਨ ਨੇ, ਮੈਨੂੰ ਸੱਦ ਲੈਣ ਤੇ ਸਭ ਸੱਦ ਲੈਣ ਤੇ ਕੀ ਗੱਲ ਹੋਈ, ਮੈਂ ਉਹਨਾਂ ਨੂੰ ਸਭ ਕੁਝ ਦੱਸ। ਅੱਛਾ ਤ੍ਰਿਪਤ ਜੀ, ਹੁਣ ਤੱਕ ਕੋਈ, ਜਿਵੇਂ ਤੁਸੀਂ ਕਹਿ ਰਹੇ ਹੋ ਸੀਐਮ ਬੁਲਾ ਲੈਣ, ਪ੍ਰਧਾਨ ਬੁਲਾ ਲੈਣ, ਹੁਣ ਤੱਕ ਕੋਈ ਇਨਫਾਰਮਲ ਫਾਰਮਲ ਕਮਿਊਨੀਕੇਸ਼ਨ ਕਿਸੇ ਨਾਲ ਹੋਇਆ? ਚੰਨੀ ਨਾਲ ਬਾਅਦ ਚੋਂ ਕੋਈ ਕਮਿਊਨੀਕੇਸ਼ਨ ਹੋਇਆ? ਸੀਐਮ ਦੇ ਨਾਲ ਕਿਸੇ ਵੀ ਵੱਡੇ ਲੀਡਰ ਨਾਲ ਤੁਹਾਡੀ ਗੱਲ ਹੋਈ? ਮੇਰੀ ਕਿਸੇ ਜਾਂ ਨਾਲ ਸੈਂਟਰ 'ਚ ਗੱਲ ਹੋਈ? ਕੋਈ ਗੱਲ ਹੋਈ ਨਾ ਸੁਨੀਲ ਜੀ ਨੇ ਮੇਰੀ ਗੱਲ ਹੋਈ, ਨਾ ਕੈਪਟਨ ਸਾਹਿਬ ਨਾਲ ਮੇਰੀ ਗੱਲ ਹੋਈ ਹੈ। ਪਰ ਫਿਰ ਵੀ ਜੇ ਕੋਈ ਮੈਨੂੰ ਸੱਦ ਕੇ ਸਪਸ਼ਟੀਕਰਨ ਮੰਗੇਗਾ ਮੈਂ ਤਿਆਰ। भाजपा साहब जिस तरह से ਸਾਹਿਬ ਨਾਲ ਚੀਫ ਸੈਕਟਰੀ ਸਾਹਿਬ ਨਾਲ ਤਲਖ ਕਲਾਮੀ ਹੋ ਗਈ ਸੀਗੀ। ਉਹਦੇ ਵਿੱਚ ਮਨਪ੍ਰੀਤ ਜੀ ਉੱਠੇ, ਫਿਰ ਚੰਨੀ ਉੱਠੇ, ਸਾਰੀ ਕੈਬਨਿਟ ਉਹਨਾਂ ਨਾਲ ਉੱਠਿਆ। ਜੇ ਮੇਰੇ ਮਨ 'ਚ ਇਹ ਗੱਲ ਹੁੰਦੀ ਫਿਰ ਮੈਂ ਚੰਨੀ ਸਾਹਿਬ ਨਾਲ ਦੇ ਮਗਰ ਕਿਉਂ ਉੱਠਦਾ? ਫਿਰ लेकिन आपको नहीं ਉਹ ਵੱਖਰਾ ਇਸ਼ੂ ਹੈ ਜੀ, ਉਹ ਗੱਲ ਵੱਖਰੀ ਆ। ਉਹ ਪਾਲਿਸੀ ਮੈਟਰ ਹੈ ਜਿਹੜਾ ਮੈਨੂੰ ਐਕਸਾਈਜ਼ ਦਾ ਬਹੁਤਾ ਪਤਾ ਨਹੀਂ ਹੈਗਾ। ਮੈਂ ਕਦੇ ਕੋਈ ਸ਼ਰਾਬ ਦਾ ਠੇਕੇਦਾਰ ਨਹੀਂ ਰਿਹਾ, ਨਾ ਗੱਲਬਾਤ, ਮੈਨੂੰ ਉਸ ਗੱਲ ਦੀ ਪੂਰੀ ਸਮਝ ਨਹੀਂ। ਉਹ ਮਨਪ੍ਰੀਤ ਜੀ ਜਾਣਦੇ ਨੇ ਜਾਂ ਸ਼ਾਇਦ ਚੰਨੀ ਜੀ ਨੂੰ ਸਮਝ ਆਊਗੀ, ਮੈਨੂੰ ਉਸ ਗੱਲ ਦੀ ਸਮਝ ਨਹੀਂ। ਅੱਛਾ ਤ੍ਰਿਪਤ ਜੀ, ਇੱਕ ਗੱਲ ਜਿਹੜੀ ਬੜੀ ਇੰਪੋਰਟੈਂਟ ਆ, ਜਿਹੜੀ ਤੁਹਾਡੀ ਗੱਲ, ਮੈਂ ਜਮਾਂਦਰੂ ਕਾਂਗਰਸੀ ਹਾਂ, ਮੇਰੇ ਬਜ਼ੁਰਗ ਕਾਂਗਰਸੀ ਸੀ। ਹਾਂਜੀ ਹਾਂਜੀ ਤੇ ਕਾਂਗਰਸੀ ਤਾਂ ਬਿਨਾਂ ਐਸੀ ਚਾਰੇ ਤੋਂ ਬਿਨਾਂ ਐਸੀ ਭਰਾਵਾਂ ਤੋਂ ਬਿਨਾਂ ਕਦੇ ਉੱਠੀ ਨਹੀਂ ਤੇ ਉੱਠ ਸਕਦੀ। ਮੈਂ ਕਿਸ ਤਰ੍ਹਾਂ ਸੋਚ ਸਕਣਾ ਜਾਂ ਕੋਈ ਸੋਚ ਸਕਦਾ ਮੈਂ ਐਸੀ ਭਰਾਵਾਂ ਦੇ ਖਿਲਾਫ ਕੋਈ ਇਹੋ ਜਿਹੀ ਗੱਲ ਕਰਾਂਗਾ? ਇਹ ਤਾਂ ਸ਼ਾਇਦ ਮੇਰੇ ਤੋਂ ਪਿੱਛੋਂ ਕਾਂਗਰਸ ਚ ਆਏ ਨੇ। ਮੈਂ ਤਾਂ ਜਮਾਂਦਰੂ ਕਾਂਗਰਸੀ ਹਾਂ। ਅਸੀਂ ਭਾਈਚਾਰੇ ਦਾ ਮੈਂ ਸਤਿਕਾਰ ਕਰਨਾ ਤੇ ਕਰਦਾ ਹੀ ਰਹਿਣਾ। ਤੇ ਬਾਜਵਾ ਸਾਹਿਬ ਤੁਸੀਂ ਕਾਦੀਆਂ ਦੀ ਸਿਆਸਤ ਦੀ ਗੱਲ ਕੀਤੀ ਕਿ ਉੱਥੇ ਜਿਹੜੀ ਸ਼ਾਇਦ ਪ੍ਰਤਾਪ ਸਿੰਘ ਬਾਜਵਾ ਜਾਂ ਮਿਸਲੀਡ ਹੋਏ ਨੇ, ਤੁਸੀਂ ਕਹੇ ਕਿ ਚੰਨੀ ਉਹ ਸਾਰਿਆਂ ਨੂੰ ਸਮਝ ਆ, ਮੈਂ ਉਹਦਾ ਨਾਂ ਲੈਣ ਦੀ ਲੋੜ ਨਹੀਂ। ਬਸ ਮੈਂ ਇੰਨਾ ਹੀ ਕਹਿਣਾ। भाजपा साहब जो दूसरे में क्या है वो रेपुटेशन पे आया हुआ है। नहीं जी, ਇਹੋ ਜਿਹੀ मैं कोई ਗੱਲ नहीं कहनी। भाजपा साहब थोड़ा हिंदी में कह देंगे। भाजपा साहब किस तरह से आरोप ਨਹੀਂ ਚੀਫ ਸੈਕਟਰੀ ਕਰਨਾ ਉਤਾਰਨਾ, ਤੁਸੀਂ ਕੋਈ ਮੀਟਿੰਗ ਸਾਂਝੀ ਨਹੀਂ ਕਰੋਗੇ? ਮੈਂ ਜੋ ਮਨਪ੍ਰੀਤ ਜੀ ਤੇ ਚੰਨੀ ਜੀ ਜੋ ਅੱਗੇ ਫੈਸਲਾ ਕਰਨਗੇ ਉਹਨਾਂ ਦੇ ਨਾਲ ਜਾਣਾ ਚਾਹੀਦਾ ਦੇ ਖਿਲਾਫ ਜਿਹੜਾ ਤੁਸੀਂ ਰੈਜ਼ੋਲੂਸ਼ਨ ਮੂਵ ਕੀਤਾ ਸੀਗਾ ਚੀਫ ਮੈਂ ਨਹੀਂ ਮੂਵ ਕੀਤਾ ਰੈਜ਼ੋਲੂਸ਼ਨ, ਮੈਂ ਨਹੀਂ ਮੂਵ ਕੀਤਾ।
ਮੈਂ ਅੱਜ ਵੀ ਕਹਿਣਾ ਜੋ ਮਨਪ੍ਰੀਤ ਜੀ ਚੰਨੀ ਜੀ ਫੈਸਲਾ ਕਰਨਗੇ ਮੈਂ ਉਹਨਾਂ ਦੇ ਨਾਲ ਅੱਜ ਵੀ ਖਲੋਤਾ ਚੀਫ ਸੈਕਟਰੀ ਰਹਿਣਾ ਚਾਹੀਦਾ ਜਾਣਾ ਚਾਹੀਦਾ ਇਹ ਸਰ ਉਹਨਾਂ ਦਾ ਫੈਸਲਾ ਜੋ ਕਰਨਗੇ ਮੇਰਾ ਲੇਕਿਨ ਚੀਫ ਮਿਨਿਸਟਰ ਸਾਹਿਬ ਦੇ ਕੋਲ ਦਾ ਚੀਫ ਸੈਕਟਰੀ ਬੈਠ ਗਏ ਨੇ ਜਾ ਕੇ ਉਹ ਉਸ ਤੋਂ ਮੇਰਾ ਬਾਅਦ 3 ਇਸ ਵਜੇ ਗੱਲ ਤੋਂ ਨਾਲ ਬਾਅਦ ਮੈਂ ਨਹੀਂ ਮੈਂ ਮੇਰਾ ਉਹਦਾ ਫੈਸਲਾ ਰਿਹਾ ਸੀ ਮਨਪ੍ਰੀਤ ਜੀ ਚੰਨੀ ਦੇ ਮਗਰ ਲਿਆ ਸੀ ਅੱਜ ਵੀ ਮੈਂ ਉੱਥੇ ਖਲੋਤਾ ਬਾਜਵਾ ਸਾਹਿਬ ਤੁਹਾਡੇ ਸਾਥੀ ਕਈ ਐਮਐਲਏ ਨੇ ਟਵੀਟ ਵੀ ਕੀਤੇ ਹੈ ਕਿ ਸੀਐਸ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਤੇ ਇਨਕੁਆਇਰੀ ਹੋਣੀ ਚਾਹੀਦੀ ਹੈ। ਉਹਨਾਂ ਦਾ ਟਵੀਟ ਕਰਨਾ ਉਹਨਾਂ ਦਾ ਆਪਣੀ ਨਿੱਜੀ ਗੱਲ ਹੈ ਪਰ ਮੈਂ ਉਸ ਆਪਣੇ ਕੈਬਨਿਟ ਸਾਥੀਆਂ ਨਾਲ ਖਲੋਤਾ ਥੈਂਕ ਯੂ ਜੀ ਓਕੇ ਜੀ